ਹੈਲੋ ਸਟੂਡੈਂਟਸ। ਮੈਂ ਸਾਰੇ ਸਟੂਡੈਂਟਸ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਜਿਹੜਾ ਹੈ ਮੇਰੀ ਵੀਡੀਓਜ਼ ਨੂੰ ਬਹੁਤ ਪਿਆਰ ਦਿੱਤਾ ਆ, ਬਹੁਤ ਸਤਿਕਾਰ ਦਿੱਤਾ ਆ ਔਰ ਜਿਹੜਾ ਹੈ 1000 ਸਬਸਕ੍ਰਾਈਬਰਸ ਪੂਰੇ ਹੋਏ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ। ਤੇ ਇਸ ਤਰ੍ਹਾਂ ਹੀ ਜਿਹੜਾ ਆ ਤੁਸੀਂ ਅੱਗੋਂ ਮੈਨੂੰ ਜਿਹੜਾ ਹੈ ਪਿਆਰ ਦੇਣਾ ਹੈ ਤੇ ਵੀਡੀਓਜ਼ ਨੂੰ ਜਿਹੜਾ ਹੈ ਉਹ ਧਿਆਨ ਦੇ ਨਾਲ ਦੇਖਣਾ ਆ, ਤਾਂ ਕਿ ਜਿਹੜਾ ਹੈ ਤੁਹਾਨੂੰ ਅੱਗੇ ਵੀ ਜਿਹੜਾ ਹੈ ਇਹੋ ਜਿਹੀਆਂ ਵੀਡੀਓਜ਼ ਮਿਲਦੀਆਂ ਰਹਿਣ। ਠੀਕ ਹੈ ਰਾਜੇ। ਸੋ ਜਿਹੜਾ ਹੈ ਲਾਸਟ ਵੀਡੀਓ ਦੇ ਵਿੱਚ ਮੈਂ ਤੁਹਾਡਾ ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ ਦਾ ਪਹਿਲਾ ਪਾਰਟ ਬਣਾਇਆ ਸੀ ਔਰ ਉਹ ਆਪਾਂ ਜਿਹੜਾ ਹੈ 76 ਪੇਜ ਨੰਬਰ ਤੱਕ ਪੜ੍ਹਿਆ ਸੀ, ਜਿਹਦੇ ਵਿੱਚ ਜਿਹੜਾ ਹੈ ਜੇਡੀ ਦੇ ਨਾਲ ਮਿਲ ਕੇ ਨਿੱਕੀ ਤੇ ਵਿੱਕੀ ਆਪਣੀ ਸਮੱਸਿਆ ਦਾ ਹੱਲ ਕਰਨ ਦਾ ਸੋਚਦੇ ਆ। ਇਹਦੇ ਲਈ ਜਿਹੜਾ ਹੈ ਉਹ ਇਹ ਕਹਿੰਦੇ ਆ ਕਿ ਅੱਜ ਕੱਲ੍ਹ ਜਿਹੜੀਆਂ ਮੰਗਾਂ ਆ ਉਹ ਇੱਦਾਂ ਨਹੀਂ ਮਿਲਦੀਆਂ, ਉਹਦੇ ਲਈ ਜਿਹੜਾ ਆ ਸਟਰਗਲ ਕਰਨਾ ਪੈਂਦਾ ਆ, ਲੜਨਾ ਪੈਂਦਾ ਆ, ਹੜਤਾਲਾਂ ਕਰਨੀਆਂ ਪੈਂਦੀਆਂ ਤੇ ਜਿਹੜਾ ਹੈ ਤਾਂ ਹੀ ਜਿਹੜਾ ਹੈ ਡਿਮਾਂਡ ਕੀਤਿਆਂ ਹੀ ਸਾਨੂੰ ਆਪਣੇ ਹੱਕ ਮਿਲਦੇ ਆ, ਉਸ ਤਰ੍ਹਾਂ ਨਹੀਂ ਮਿਲਦੇ। ਔਰ ਸਭ ਤੋਂ ਪਹਿਲਾਂ ਜਿਹੜੀ ਹੈ ਉਹ ਜਦੋਂ ਆਗੂ ਬਣਦੀ ਹੈ ਇਸ ਬਸਤਾਵਾਦੀ ਨੀਤੀ ਦੀ, ਤਾਂ ਉਹ ਸਭ ਤੋਂ ਪਹਿਲਾਂ ਕਹਿੰਦੀ ਇਹੀ ਹੈ ਕਿ ਸਾਨੂੰ ਆਪਣੇ ਮੰਮੀ ਡੈਡੀ ਤੋਂ ਡਿਮਾਂਡ ਕਰਨੀ ਚਾਹੀਦੀ ਆ ਕਿ ਸਾਨੂੰ ਜਿਹੜਾ ਹੈ ਖੇਡਣ ਲਈ ਤੇ ਮਨੋਰੰਜਨ ਕਰਨ ਦੇ ਲਈ ਸਮਾਂ ਚਾਹੀਦਾ ਆ। ਪਰ ਜਿਹੜਾ ਹੈ ਇੰਨੀ ਗੱਲ ਤਾਂ ਪੱਕੀ ਹੈ ਕਿ ਜਿਹੜੇ ਮੰਮੀ ਡੈਡੀ ਹੈ ਉਹਨਾਂ ਤੋਂ ਤੁਸੀਂ ਜਿੰਨਾ ਮਰਜ਼ੀ ਉਹਨਾਂ ਨੂੰ ਲੜ ਲਓ, ਉਹਨਾਂ ਨੇ ਤੁਹਾਨੂੰ ਜ਼ਿਆਦਾ ਸਮਾਂ ਨਹੀਂ ਦੇਣਾ ਕਿਸੇ ਵੀ ਤਰ੍ਹਾਂ, ਕਿਉਂਕਿ ਮਾਤਾ ਪਿਤਾ ਜਿਹੜੇ ਵੱਡੇ ਆ ਅਹੁਦੇ ਵਿੱਚ, ਰੁਤਬੇ ਵਿੱਚ, ਤਜਰਬੇ ਵਿੱਚ, ਇਸ ਕਰਕੇ ਜਿਹੜਾ ਹੈ ਉਹਨਾਂ ਦੇ ਨਾਲ ਲੜਿਆ ਤਾਂ ਨਹੀਂ ਜਾ ਸਕਦਾ। ਇਸ ਕਰਕੇ ਜਿਹੜਾ ਹੈ ਬੱਚਿਆਂ ਦਾ ਦੂਸਰੇ ਪਾਸੇ ਜਿਹੜੇ ਆ ਉਹ ਕੀ ਸੋਚਦੇ ਆ ਕਿ ਸਾਨੂੰ ਜਿਹੜਾ ਹੈ ਆਪਣੇ ਅਧਿਆਪਕਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜਾ ਹੈ ਸਾਨੂੰ ਉਹ ਹੋਮਵਰਕ ਘੱਟ ਦੇਣ। ਜੇਕਰ ਸਾਨੂੰ ਹੋਮਵਰਕ ਘੱਟ ਮਿਲੇਗਾ ਤਾਂ ਸਾਨੂੰ ਆਪਣੇ ਆਪ ਜਿਹੜਾ ਹੈ ਖੇਡਣ ਲਈ ਸਮਾਂ ਮਿਲੇਗਾ। ਸੋ ਇੱਥੋਂ ਤੱਕ ਬੇਟੇ ਉਧਰ ਆਪਾਂ ਸਮਅਪ ਕੀਤਾ ਸੀ। ਅੱਜ ਆਪਾਂ ਜਿਹੜਾ ਹੈ 77 ਪੇਜ ਨੰਬਰ ਤੋਂ ਸ਼ੁਰੂ ਕਰਦੇ ਹਾਂ। ਇੱਕ ਹੋਰ ਬੱਚਾ ਪਰ ਟੀਚਰ ਇਸ ਵਿੱਚ ਕੀ ਕਰ ਸਕਦੇ ਨੇ? ਮੇਰੇ ਮਮ ਮਤਲਬ ਮੇਰੇ ਮੰਮੀ ਵੀ ਤਾਂ ਟੀਚਰ ਨੇ। ਮੈਂ ਉਹਨਾਂ ਨੂੰ ਇੱਕ ਦਿਨ ਕਿਹਾ ਸੀ ਪਰ ਉਹ ਕਹਿੰਦੇ ਸਾਰੇ ਸਕੂਲ ਦਿੰਦੇ ਨੇ, ਇਸ ਲਈ ਸਾਨੂੰ ਵੀ ਦੇਣਾ ਪੈਂਦਾ ਹੈ। ਪਹਿਲਾ ਬੱਚਾ, ਪਰ ਸਾਰੇ ਸਕੂਲ ਇੰਨਾ ਹੋਮਵਰਕ ਕਿਉਂ ਦਿੰਦੇ ਨੇ? ਜੇਡੀ, ਮੈਨੂੰ ਲੱਗਦਾ ਸਾਰੇ ਸਕੂਲਾਂ ਨੂੰ ਹੋਮਵਰਕ ਦੇਣ ਦੀ ਕੋਈ ਬਿਮਾਰੀ ਹੈ, ਸਾਰੇ ਬੱਚੇ ਹੱਸਦੇ ਹਨ। ਨਿੱਕੀ, ਇਸ ਦਾ ਮਤਲਬ ਸਾਡੇ ਮੰਮੀ ਪਾਪਾ, ਸਾਡੇ ਟੀਚਰ ਤੇ ਸਕੂਲਾਂ ਨੂੰ ਚਲਾਉਣ ਵਾਲੇ ਸਾਰੇ ਲੋਕਾਂ ਨੂੰ ਜਾ ਕੇ ਸਮਝਾਉਣਾ ਪਏਗਾ, ਤਾਂ ਜਾ ਕੇ ਸਾਡਾ ਹੋਮਵਰਕ ਘੱਟ ਹੋਊਗਾ। ਇੱਕ ਬੱਚਾ, ਪਰ ਇੰਨੇ ਸਾਰੇ ਲੋਕਾਂ ਨੂੰ ਕਿਵੇਂ ਸਮਝਾਵਾਂਗੇ ਜਾ ਕੇ? ਇੱਕ ਹੋਰ ਬੱਚਾ, ਨਾਲੇ ਉਹ ਕਿਹੜਾ ਬੱਚੇ ਨੇ ਇੱਕ ਵਾਰੀ ਸਮਝਿਆ ਸਮਝ ਜਾਣਗੇ, ਵੱਡੇ ਨੇ ਇੱਕ ਗੱਲ ਦੀਆਂ 100 ਗੱਲਾਂ ਕਰਨਗੇ ਅੱਗੋਂ। ਸੋ ਬੇਟੇ ਜੇ ਤੁਹਾਨੂੰ ਇੱਦਾਂ ਕੋਈ ਕੁਐਸਚਨ ਆਉਂਦਾ ਆ ਕਿ ਬੱਚੇ ਆਪਣੀ ਸਮੱਸਿਆ ਦਾ ਹੱਲ ਕਰਨ ਲਈ ਕੀ ਕਰਦੇ ਹਨ ਤੇ ਕੀ ਉਹਨਾਂ ਦਾ ਸਮੱਸਿਆ ਦਾ ਹੱਲ ਨਿਕਲਦਾ ਆ, ਤਾਂ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਉਹਨਾਂ ਦੀ ਮੁੱਖ ਸਮੱਸਿਆ ਜਿਹੜੀ ਸੀ ਉਹ ਕੀ ਸੀ? ਮਾਪਿਆਂ ਦੀ ਬਸਤਾਵਾਦੀ ਨੀਤੀ ਦਾ ਵਿਰੋਧ ਕਰਨਾ, ਮਨੋਰੰਜਨ ਲਈ ਤੇ ਖੇਡਣ ਦੇ ਲਈ ਸਮਾਂ ਮੰਗਣਾ। ਠੀਕ ਹੈ। ਇਸ ਸਮੱਸਿਆ ਦਾ ਹੱਲ ਕਰਨ ਦੇ ਲਈ ਜਿਹੜਾ ਹੈ ਉਹਨਾਂ ਨੇ ਆਪਣੀ ਤੌਰ 'ਤੇ ਜਿਹੜੀ ਹੈ ਉਦਮ ਕੀਤਾ ਸੀ, ਯਤਨ ਕੀਤਾ ਸੀ, ਹੱਥ ਵਿੱਚ ਮੋਟੋ ਲੈ ਕੇ ਜਿਹੜਾ ਹੈ ਬਸਤਾਵਾਦੀ ਨੀਤੀ ਦਾ ਵਿਰੋਧ ਕੀਤਾ ਸੀ, ਕਿਉਂਕਿ ਉਹਨਾਂ ਨੂੰ ਇੱਦਾਂ ਲੱਗਦਾ ਸੀ ਕਿ ਹਰ ਜਿਹੜੀ ਚੀਜ਼ ਹੈ ਮੰਗਿਆ ਹੀ ਮਿਲਦੀ ਹੈ, ਵੈਸੇ ਨਹੀਂ ਮਿਲਦੀ। ਇਸ ਕਰਕੇ ਪਹਿਲਾਂ ਉਹਨਾਂ ਨੇ ਆਪਣੇ ਮਾਪਿਆਂ ਤੋਂ, ਫਿਰ ਅਧਿਆਪਕਾਂ ਤੋਂ ਮੰਗ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਅਖੀਰ ਤੇ ਇਸ ਸਿੱਟੇ 'ਤੇ ਹੀ ਪਹੁੰਚੇ ਸੀ ਕਿ ਇਹ ਸਾਰੇ ਜਿਹੜੇ ਆ ਉਹਨਾਂ ਤੋਂ ਵੱਡੇ ਆ। ਠੀਕ ਹੈ। ਅਧਿਆਪਕ ਹੋ ਗਏ, ਮਾਤਾ ਪਿਤਾ ਹੋ ਗਏ, ਪ੍ਰਿੰਸੀਪਲ, ਇਹ ਸਾਰੇ ਜਿਹੜੇ ਆ ਉਹਨਾਂ ਤੋਂ ਵੱਡੇ ਆ। ਉਹਨਾਂ ਨੂੰ ਜੇਕਰ ਅਸੀਂ ਜਾ ਕੇ ਸਮਝਾਵਾਂਗੇ ਵੀ ਨਾ ਤਾਂ ਉਹ ਇੱਕ ਵਾਰੀ 'ਚ ਉਹਨਾਂ ਨੇ ਸਮਝਣਾ ਨਹੀਂ ਆ, ਕਿਉਂਕਿ ਜੇ ਤੁਸੀਂ ਕੋਈ ਵੀ ਉਹਨਾਂ ਨੂੰ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਨਾ ਤਾਂ ਉਹ ਅੱਗੋਂ ਇੱਕ ਦੀਆਂ 100 ਗੱਲਾਂ ਕਰਨਗੇ, 100 ਬਹਾਨੇ ਬਣਾਉਣਗੇ। ਇਸ ਕਰਕੇ ਜਿਹੜਾ ਹੈ ਉਹਨਾਂ ਦੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਨਿਕਲਦਾ। ਸੋ ਜਿਹੜੀ ਸਭਾ ਬੱਚਿਆਂ ਨੇ ਕੀਤੀ ਸੀ ਨਿੱਜੀ ਤੌਰ 'ਤੇ, ਉਸ ਸਮੱਸਿਆ ਦਾ ਬੱਚਿਆਂ ਦੁਆਰਾ ਕੋਈ ਵੀ ਹੱਲ ਜਿਹੜਾ ਸੀ ਉਹ ਨਹੀਂ ਨਿਕਲਿਆ। ਕਈ ਬੱਚੇ, ਉਹ ਨੋ, ਬੱਚੇ ਮੱਥੇ ਤੇ ਹੱਥ ਰੱਖ ਕੇ ਮਾਯੂਸ ਹੋ ਕੇ ਬੈਠ ਜਾਂਦੇ ਹਨ। ਜੇਡੀ, ਅਚਾਨਕ ਕਿਉਂ ਨਾ ਆਪਾਂ ਐ ਕਰੀਏ? ਸਾਰੇ ਉਤਸ਼ਾਹ ਨਾਲ। ਜੇਡੀ, ਦੇਖੋ ਜਦੋਂ ਆਪਾਂ ਪੜ੍ਹਦੇ ਹਾਂ ਜਾਂ ਹੋਮਵਰਕ ਕਰਦੇ ਹਾਂ ਤਾਂ ਮੰਮੀਆਂ ਕਿਹੜਾ ਸਾਡੇ ਨਾਲ ਬੈਠੀਆਂ ਰਹਿੰਦੀਆਂ ਨੇ? ਇੱਕ ਬੱਚਾ, ਨਾਲ ਸੈਰਾ ਕਰਦੀਆਂ ਨੇ, ਸੈਰਾ ਨਕਲ ਲਾ ਕੇ। ਮੈਂ ਜ਼ਰਾ ਮੋਨਾ ਆਂਟੀ ਦੇ ਘਰ ਜਾ ਰਹੀ ਹਾਂ। ਇੱਕ ਹੋਰ, ਮੇਰੇ ਮੰਮੀ ਤਾਂ ਮੈਨੂੰ ਲਾ ਕੇ ਨਾ ਕੰਮ ਤੇ ਆਪ ਜਾ ਕੇ ਟੀਵੀ ਦੇਖਣ ਲੱਗ ਜਾਂਦੇ ਨੇ, ਨਕਲ ਲਾ ਕੇ ਘਰ ਏਕ ਮੰਦਿਰ ਦੀ ਅਗਲੀ ਕਿਸ਼ਤ ਆਉਣੀ ਹੈ। ਸੋ ਇੱਥੇ ਬੱਚੇ ਜਿਹੜੇ ਆ ਉਹ ਦੇਖੋ ਕਿੰਨੇ ਪਰੇਸ਼ਾਨ ਆ ਕਿ ਜਿਹੜੇ ਮਾਤਾ ਪਿਤਾ ਉਹਨਾਂ ਨੂੰ ਸਾਰਾ ਦਿਨ ਬਸਤਿਆਂ ਵਿੱਚ ਉਲਝਾਈ ਰੱਖਦੇ ਆ, ਉਹ ਖੁਦ ਜਿਹੜੀ ਹੈ ਉਹ ਐਸ਼ਾਂ ਕਰਦੇ ਆ। ਕਦੀ ਉਹ ਘੁੰਮਣ ਫਿਰਨ ਦੇ ਲਈ ਜਿਹੜਾ ਹੈ ਬਾਹਰ ਨਿਕਲ ਜਾਂਦੇ ਆ, ਕਦੀ ਟੀਵੀ ਦੇਖਦੇ ਆ,
ਜਿਹੜਾ ਉਹ ਆਪਣੀਆਂ ਆਪਣੀਆਂ ਮੰਮੀਆਂ ਦੀਆਂ ਉਦਾਹਰਨਾਂ ਦਿੰਦੇ ਆ ਕਿ ਉਹਨਾਂ ਦੀ ਜਿਹੜੀ ਹੈ ਕਿਸੇ ਟੈਲੀਕਾਸਟ ਦੀ ਜਿਹੜੀ ਆ ਅਗਲੀ ਕਿਸ਼ਤ ਆਉਣੀ ਆ, ਉਹ ਦੇਖਣੀ ਆ, ਕਿਸੇ ਨੇ ਮੋਨਾ ਆਂਟੀ ਘਰ ਘੁੰਮਣ ਜਾਣਾ। ਆਪ ਤਾਂ ਉਹ ਸੈਰਾ ਕਰਦੇ ਆ, ਪਰ ਬੱਚਿਆਂ ਨੂੰ ਜਿਹੜਾ ਹੈ ਉਹ ਬਸਤਿਆਂ ਦੇ ਵਿੱਚ ਉਲਝਾਈ ਰੱਖਦੇ ਆ। ਜਿਹੜੀ ਬਸ ਫਿਰ ਆਪਾਂ ਐਂ ਕਰਦੇ ਹਾਂ ਕਿ ਆਪਣੀ ਮੰਮੀ ਦੇ ਗਲੇ ਵਿੱਚ ਘੰਟੀ ਬੰਨ੍ਹ ਦਿੰਦੇ ਹਾਂ। ਜਦੋਂ ਹੀ ਘੰਟੀ ਦੀ ਆਵਾਜ਼ ਸੁਣੋ, ਪੜ੍ਹਨ ਲੱਗ ਜਾਓ, ਅੱਗੇ ਪਿੱਛੇ ਖੇਡੀ ਜਾਓ। ਸੋ ਬੱਚੇ ਜਿਹੜੇ ਆ ਉਹਨਾਂ ਦਾ ਦਿਮਾਗ ਤਾਂ ਬੱਚਿਆਂ ਵਰਗਾ ਹੀ ਹੈ। ਸੋ ਆਪਣੇ ਵੱਲੋਂ ਜਿਹੜਾ ਜਿਹੜੀ ਹੈ ਉਹ ਕੀ ਕਹਿੰਦਾ ਆ ਕਿ ਮਾਤਾ ਪਿਤਾ ਜਿਹੜੇ ਆ ਉਹ ਸਾਰਾ ਦਿਨ ਸਿਰ 'ਤੇ ਤਾਂ ਬੈਠੇ ਨਹੀਂ ਰਹਿੰਦੇ। ਇਸ ਕਰਕੇ ਜਿਹੜਾ ਹੈ ਜਦੋਂ ਮੰਮੀ ਦੇ ਗਲੇ ਵਿੱਚ ਘੰਟੀ ਵੱਜੇਗੀ ਤਾਂ ਪਤਾ ਲੱਗ ਜਾਏਗਾ ਕਿ ਮੰਮੀ ਆ ਰਹੀ ਆ, ਉਦੋਂ ਪੜਾਂਗੇ, ਨਹੀਂ ਤਾਂ ਪੜ੍ਹਨ ਦੀ ਕੋਈ ਵੀ ਜ਼ਰੂਰਤ ਨਹੀਂ। ਵਿੱਕੀ ਆਈਡੀਆ ਤਾਂ ਵਧੀਆ, ਪਰ ਸਾਰੇ ਕੀ ਕਹਿੰਦੇ ਆ, ਵਿੱਕੀ ਗਾਉਂਦਾ ਹੋਇਆ, ਮੰਮੀ ਦੇ ਗਲੇ ਵਿੱਚ ਘੰਟੀ ਕੌਣ ਬੰਨੇਗਾ। ਭਾਵ ਕੀ ਹੈ ਕਿ ਹੁਣ ਜਿਹੜਾ ਆ ਮੰਮੀ ਜਿਹੜੀ ਹੈ ਤੁਹਾਡੇ ਤੋਂ ਵੱਡੀ ਹੈ, ਸਿਆਣੀ ਹੈ। ਅਖੀਰ ਜਿਹੜਾ ਹੈ ਬੱਚੇ ਨੇ ਤਾਂ ਬੱਚਾ ਹੀ ਰਹਿਣਾ ਨਾ, ਉਹ ਮੰਮੀ ਦੇ ਜਿਹੜਾ ਹੈ ਗਲੇ ਦੇ ਵਿੱਚ ਘੰਟੀ ਕਿਵੇਂ ਬੰਨ੍ਹ ਸਕਦਾ ਹੈ। ਜਿਹੜੀ ਗਾਉਂਦਾ, ਘੰਟੀ ਬੰਨੂ ਉਹ ਜਿਹਦੀ ਸ਼ਾਮਤ ਆਈ। ਸ਼ਾਮਤ ਹੁੰਦਾ ਜਿਹਦੇ ਸਿਰ ਮੁਸੀਬਤ ਆਈ ਆ, ਕਿਉਂਕਿ ਮੰਮੀ ਦੇ ਨਾਲ ਆਡਾ ਲਾਉਣਾ ਸੌਖਾ ਤਾਂ ਹੈ ਨਹੀਂ। ਸੋ ਕਹਿੰਦਾ ਕਿ ਜਿਹਦੀ ਜਿਹੜੀ ਸ਼ਾਮਤ ਆਈ ਹੈ ਨਾ, ਉਹੀ ਇਹ ਕੰਮ ਕਰ ਸਕਦਾ ਹੈ। ਨਿੱਕੀ, ਸੋਚ ਸੋਚ ਕੇ ਹਾਰੇ ਲੱਭਿਆ ਕੋਈ ਨਾ ਰਸਤਾ, ਸਾਡੇ ਪਿਆ ਰਹਿਣਾ ਭਾਰਾ ਬਸਤਾ। ਸੋ ਜਿਹੜੀ ਨਿੱਕੀ ਹੈ ਉਹ ਸ਼ੁਰੂ ਵੀ ਇਸੇ ਗੱਲ ਤੋਂ ਕਰਦੀ ਹੈ ਕਿ ਉਹ ਬਹੁਤ ਪਰੇਸ਼ਾਨ ਆ ਪੜ੍ਹਾਈ ਦੇ ਬੋਝ ਤੋਂ, ਤੇ ਇੱਥੇ ਵੀ ਜਿਹੜੀ ਨਿੱਕੀ ਹੈ ਉਹਦੀਆਂ ਸੱਤਰਾਂ ਤੋਂ ਸਾਫ਼ ਸਿੱਧ ਹੋਇਆ ਹੈ ਕਿ ਉਹਨਾਂ ਦੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਨਿਕਲਿਆ, ਔਰ ਉਹਨਾਂ ਦੇ ਪੱਲੇ ਜਿਹੜਾ ਹੈ ਇਹ ਭਾਰਾ ਬਸਤਾ ਕਿਤਾਬਾਂ ਦੇ ਨਾਲ ਭਰਿਆ ਹੋਇਆ ਇਸੇ ਤਰ੍ਹਾਂ ਹੀ ਪਿਆ ਰਹਿਣਾ ਆ। ਸਾਰੇ ਹਾਂ ਜੀ ਭਾਰਾ ਬਸਤਾ। ਹੁਣ ਬਕਾਇਦਾ ਰਿਦਮ ਨਾਲ ਗੀਤ ਸ਼ੁਰੂ ਹੁੰਦਾ ਹੈ। ਨਿੱਕੀ, ਵਿੱਕੀ ਤੇ ਜਿਹੜੀ ਇਹ ਗੀਤ ਦੇ ਪ੍ਰਮੁੱਖ ਹਨ, ਤੇ ਬਾਕੀ ਬੱਚੇ ਕੋਰਸ ਦੇ ਸਹਾਇਕ ਦੇ ਰੂਪ ਵਿੱਚ। ਇੱਕ ਜਾਂ ਇੱਕ ਤੋਂ ਵਧੇਕ ਬਸਤੇ ਵੀ ਮਨੁੱਖੀ ਰੂਪ ਵਿੱਚ ਇਸ ਗੀਤ ਵਿੱਚ ਸ਼ਾਮਿਲ ਹੁੰਦੇ ਨੇ। ਨਿੱਕੀ ਵਿੱਕੀ ਉਹ ਟੁੱਟ ਪੈਣੇ ਬਸਤੇ ਨੇ। ਬੱਚੇ ਓਏ ਹੋਏ। ਨਿੱਕੀ ਵਿੱਕੀ ਸਾਡੀ ਜਾਨ ਕਿਲੀ ਤੇ ਟੰਗ ਤੀ ਟੁੱਟ ਪੈਣੇ ਬਸਤੇ ਨੇ। ਇਸ ਬਸਤੇ ਨੇ ਸਾਡੀ ਜਾਨ ਉੱਤੇ ਕੀ ਜ਼ੁਲਮ ਕਮਾਏ। ਸਾਡੇ ਕੱਦ ਕਰਤੇ ਇਹਨੇ ਛੋਟੇ ਛੋਟੇ ਤੇ ਐਨਕਾਂ ਦੇ ਨੰਬਰ ਵਧਾਏ ਲੋਕੋ। ਇਹਨੂੰ ਚੁੱਕ ਚੁੱਕ ਪਿੱਠ ਵਿੱਚ ਚਿੱਬ ਪੈ ਗਏ, ਮੋਢੇ ਹੇਠਾਂ ਨੂੰ ਲਟਕਾਏ ਲੋਕੋ। ਨਾਲੇ ਭਾਰ ਢੋਈਏ ਨਾਲੇ ਮਾਰੀਏ ਮੱਥਾ, ਬੰਦਿਆਂ ਤੋਂ ਗਧੇ ਬਣਾਏ ਲੋਕੋ। ਸੋ ਇਹ ਜਿਹੜਾ ਗੀਤ ਹੈ ਉਹ ਬੱਚਿਆਂ ਦਾ ਬਸਤੇ ਦੇ ਬੋਝ ਥੱਲੇ ਦੱਬ ਕੇ ਕੀ ਹਾਲ ਹੋ ਰਿਹਾ ਨਾ, ਉਸ ਚੀਜ਼ ਦਾ ਜ਼ਿਕਰ ਕੀਤਾ ਗਿਆ ਆ ਕਿ ਜਿਸ ਤਰ੍ਹਾਂ ਬੰਦਾ ਜਿਹੜਾ ਹੈ ਉਹਦੀ ਜਾਨ ਸੂਲੀ 'ਤੇ ਲਟਕਦੀ ਆ ਨਾ ਜਦੋਂ ਕਿਸੇ ਮੁਸੀਬਤ ਦੇ ਵਿੱਚ ਹੁੰਦਾ ਆ, ਉਸੇ ਤਰ੍ਹਾਂ ਹੀ ਬੱਚਿਆਂ ਦੀ ਜਾਨ ਵੀ ਸਾਰਾ ਦਿਨ ਕਿੱਲੀ 'ਤੇ ਟੰਗੀ ਰਹਿੰਦੀ ਆ, ਅਲੱਗ-ਅਲੱਗ ਵਿਸ਼ਿਆਂ ਦੇ ਬੋਝ ਨੂੰ ਢੋਂਦਿਆਂ ਹੋਇਆਂ। ਇੱਕ ਵਿਸ਼ੇ ਦਾ ਕੰਮ ਕਰਨ ਤੋਂ ਬਾਅਦ ਉਹਨਾਂ ਦੀ ਜਾਨ ਦੂਸਰੇ ਵਿਸ਼ੇ 'ਚ ਅਟਕੀ ਰਹਿੰਦੀ ਆ। ਫਿਰ ਟਿਊਸ਼ਨਾਂ ਦਾ ਬੋਝ ਹੈ, ਫਿਰ ਟੈਸਟਾਂ ਦਾ ਬੋਝ ਹੈ, ਫਾਈਲਾਂ ਦਾ ਬੋਝ ਹੈ, ਹੋਮਵਰਕ ਦਾ ਬੋਝ ਹੈ। ਸੋ ਇਹਨਾਂ ਸਾਰੇ ਬੋਝ ਨੂੰ ਢੋਂਦੇ ਜਿਹੜੇ ਆ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਆ ਕਿ ਇਸ ਬਸਤੇ ਨੇ ਉਹਨਾਂ ਦੀ ਜਿਹੜੀ ਜਾਨ ਹੈ ਨਾ ਉਹ ਕਿੱਲੀ 'ਤੇ ਟੰਗੀ ਹੋਈ ਆ। ਔਰ ਇਸ ਬਸਤੇ ਨੇ ਜਿਹੜੇ ਆ ਬੱਚਿਆਂ ਦੇ ਉੱਪਰ ਪਤਾ ਨਹੀਂ ਕਿੰਨੇ ਕੁ ਜ਼ੁਲਮ ਕੀਤੇ ਆ। ਇੱਕ ਤਾਂ ਇਸ ਬਸਤੇ ਦੇ ਬੋਝ ਕਾਰਨ ਬੱਚਿਆਂ ਦਾ ਜਿਹੜਾ ਸਰੀਰਕ ਵਿਕਾਸ ਹੈ ਉਹ ਰੁਕ ਗਿਆ ਆ। ਬੱਚਿਆਂ ਦਾ ਕੱਦ ਜਿਹੜਾ ਆ ਉਹ ਛੋਟਾ ਰਹਿ ਜਾਂਦਾ ਹੈ, ਬੱਚੇ ਵੱਧਦੇ ਫੁੱਲਦੇ ਨਹੀਂ ਹੈ। ਔਰ ਲਗਾਤਾਰ ਪੜ੍ਹਨ ਦੇ ਨਾਲ ਅੱਖਾਂ ਕਮਜ਼ੋਰ ਹੋ ਜਾਂਦੀਆਂ, ਐਨਕਾਂ ਦੇ ਨੰਬਰ ਵੱਧ ਜਾਂਦੇ ਆ। ਔਰ ਇਹਨੂੰ ਸਾਰਾ ਦਿਨ ਪਿੱਠਾਂ 'ਤੇ ਢੋ ਕੇ ਪਿੱਠ ਜਿਹੜੀ ਆ ਉਹ ਦੋਹਰੀ ਹੋ ਜਾਂਦੀ ਹੈ, ਥੱਕ ਜਾਂਦੀ ਹੈ। ਔਰ ਮੋਢੇ ਜਿਹੜੇ ਆ ਉਹ ਵੀ ਜਿਹੜੇ ਬਸਤੇ ਦੀਆਂ ਤਣੀਆਂ ਹੈ ਨਾ ਉਹਨੂੰ ਢੋ ਕੇ ਮੋਢੇ ਵੀ ਜਿਹੜੇ ਆ ਉਹ ਲਟਕ ਜਾਂਦੇ, ਹੇਠਾਂ ਨੂੰ ਥੱਕ ਜਾਂਦੇ ਆ। ਇਸ ਤਰ੍ਹਾਂ ਜਿਹੜੇ ਆ ਬੱਚੇ ਕੀ ਕਹਿੰਦੇ ਕਿ ਨਾਲੇ ਤਾਂ ਉਹਨਾਂ ਨੂੰ ਬਸਤਾ ਢੋਣਾ ਪੈਂਦਾ ਤੇ ਨਾਲੇ ਜਿਹੜਾ ਮੋਟੀਆਂ ਕਿਤਾਬਾਂ ਦੇ ਨਾਲ ਮੱਥਾ ਵੀ ਮਾਰਨਾ ਪੈਂਦਾ ਆ। ਇਸ ਕਰਕੇ ਜਿਹੜੇ ਬਸਤੇ ਹੈ ਨਾ ਉਹਨੇ ਚੰਗੇ ਭਲੇ ਬੱਚਿਆਂ ਨੂੰ ਜਿਹੜਾ ਹੈ ਉਹ ਗਧੇ ਬਣਾ ਦਿੱਤਾ ਆ। ਇਹ ਸ਼ੇਰ ਦੌਰਾਨ ਬਸਤੇ ਪ੍ਰਵੇਸ਼ ਕਰਦੇ ਨੇ ਤੇ ਉਹਨਾਂ ਨੂੰ ਵੇਖ ਹੱਸਦੇ ਨੇ। ਇੱਕ ਛੋਟੀ ਬੱਚੀ, ਸਕੂਲੇ ਜਾਣਾ ਤੀ ਬਾਕੀ ਕਿਉਂ ਨਹੀਂ ਗਈ ਛੋਟੀ ਬੱਚੀ, ਮੇਰਾ ਬਸਤਾ ਵੇਖ ਡਲ ਗਈ ਸਕੂਲੇ ਜਾਣਾ ਤੀ। ਜਿਹੜੀ ਉਹ ਲੱਤ ਭੰਨੋ ਬਸਤੇ ਦੀ। ਸਾਰੇ ਭੰਨੋ, ਸਾਰੇ ਗੁੱਸੇ ਨਾਲ ਬਸਤੇ ਨੂੰ ਘੇਰਦੇ ਹਨ। ਜਿਹੜੀ ਉਹ ਖੂਹ 'ਚ ਸੁੱਟੋ ਬਸਤੇ ਨੂੰ, ਸਾਰੇ ਸੁੱਟੋ। ਜਿਹੜੀ ਨਿੱਕੀ ਜਿਹੀ ਜਾਨ ਨੂੰ ਸਿਆਪਾ ਪਾਇਆ, ਪਰੇ ਸੁੱਟੋ ਬਸਤੇ ਨੂੰ। ਬਸਤਾ
हो मेरे बिना सरना नहीं। सो इत्थे बेटे तुसी एक चीज़ याद रखो कि जेड़े बच्चे आ वो बेशक बस्ते दे बोझ तो छुटकारा चाहते ने, पर एक चीज़ जरूर है कि बच्चों का बस्ते बिना गुजारा नहीं, क्योंकि जेड़ा बस्ता है ना वो ज्ञान का स्रोत आ। उस तो बिना मनुखी जिंदगी कोरे कागज़ की तरह आ। जिस तरह कोरे कागज़ के उपर कुछ नहीं ना लिखा होंदा, खाली हुंदा आ, उस तरह किताबों तो बिना भी जड़ा है ना मनुखी दिमाग बिल्कुल कोरा कागज़ है। इस करके जिहड़ियां किताबां ने ना वो ज्ञान का स्रोत मन्नियां जांदियां ने, और उत्तों ही जड़ा है मनुख हौली 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 जड़ा है ज्ञान हासिल करके जीवन दे विच सफलता हासिल करता है। सो बस्ते का जड़ा है वो साडे जीवन विच बहुत सार्थक हिस्सा आ। सारे भला क्यों? बस्ता ना पढ़े तो मांजोगे भांडे, हो मेरे बिना सरना नहीं, हो मिली ना जे ए भी नौकरी, विक्की भांडे मंज दी। बस्ता हाँ हाँ जो मिली ना जे ए भी नौकरी, सारे हाँ फिर। बस्ता हो गली गली वेचोगे आलू गंडे, हो मिली ना जे ए भी नौकरी, छेड़दा होया हिक ला के आ आलू लै गंडे लै गोभी लै टिंडे लै कद्दू भिंडी लै हरी मिर्च ते धनिया भी लै। गाउंदा होया जांदा है, सारे बच्चे फिर सिर सुट के बह जाते हैं। सो कहते कि बस्ता जेकर तुसी ना चक्किया तो होना की है कि तुहानू अगे जाके कोई भविख नहीं मिलना, कोई नौकरी नहीं मिलनी, या तो फिर जड़ा है तुसी की करोगे, घर घर भांडे मांजोगे, तो या फिर तुसी जड़ा है वो सब्जी बेचते नज़र आओगे। किताबां तो बिना तुहाडा कोई भी भविख नहीं। एक बच्चा, मैनू तो पहला ही पता सी कि इन्हां मीटिंगां शिटिंगां नाल कुछ नहीं बनना, सानू ये होमवर्क करना ही पैना, चलो चल के आपो अपना काम करिए। सारे तुरदे हैं तो गल्लां करदे हैं। दूजा, अपनी तो किस्मत विच ये लिखिया, मैं तो रब नूं रोज़ कहना आ कि हे रब्बा जां तो मैनू अपने कोल बुला लै, जां इन्ना इन्ना होमवर्क देने वालियां मैडमां नूं। सो देखो बच्चे किन्ने दुखी है कि वो की प्रार्थना करते आ रब अगे कि जिहड़ियां मैडमां उन्होंने इन्ना होमवर्क दे रही आ ना, उन्होंने अपने कोल बुला लवे, या उन्होंने बुला लवे या मैडम नूं बुला लवे, ताकि पढ़ाई तो उहदा छुटकारा होवे। जेडी लै रब ने इन्हां मैडमां नूं अपने कोल बुला के पंगा लैना, इन्हां ने उसनूं भी जाके कहना कि इत्थे बैठा बंदे जे बनाई जाना, चल अपना होमवर्क कर। हा हा हा। सो बच्चे जड़े मजाक करते एक दूजे नूं। विक्की, मैनू तो लगता रब इन्ना स्कूलों वालियां नाल मिलिया होया, मैं रोज़ अरदास करदा कि हे रब जी मेरी मैथ वाली टीचर नूं मत दे कि मैनू होमवर्क घट दिया करे, पर वो सुनता ही नहीं। एक बच्चा, कदे रब नूं आ के इन्ना होमवर्क करना पवे फिर उसकी अकल टिकाने आवे। एक एक करके सारे बच्चे जाते हैं, अंत निक्की ते विक्की उदास जे अपने कमरे विच बैठे रह जाते हैं। सो बच्चों की मीटिंग का कोई सिट्टा नहीं निकलिया, और उन्होंने जड़ा सी बस्ते का महत्व समझाया गया। हालांकि वो जड़ा है बस्ता चकना नहीं चाहते, मैडमां दे होमवर्क के बोझ तो छुटकारा चाहते आ, पर फिर भी जड़ा है हल कोई नहीं। विक्की, पूरा घंटा भी वेस्ट हो गया तो कोई गल भी नहीं बनी, मेरा तो होमवर्क भी विचे ही रह गया। निक्की, होमवर्क बाद विच करी, पहला मेरे नाल ड्राइंग रूम ठीक करवा, देख की हाल होया पिया, मम्मी नूं फट पता लग जाना कि पिछों की कीता असीं इत्थे। दोहें उठ के समान ठीक करते हैं, फिर पढ़न बैठ जाते हैं। निक्की किताब पढ़ रही है पर उसका ध्यान किते होर है, विक्की कुछ लिख रहा है। निक्की, विक्की वीरे तू नील परी वाली कहानी पढ़ी है? बेटे इत्थे तुसी जड़ा है वो देखना आ कि जदों निक्की ते विक्की दी जिहड़ी समस्या सी ਉਹਦਾ कोई हल नहीं निकलिया, विचारे जड़े सी पढ़ाई के बोझ तो छुटकारा चाहते सी, उसका कोई हल नहीं निकलिया ना, तो अखीर सारे बच्चे अपने अपने घर चले जाते हैं। और जिहड़ी निक्की है ना वो अपनी कल्पना की दुनिया विच, इमैजीनेशन विच, सच्चाई च नहीं कल्पना की दुनिया दे विच चले जाती है। तो वह जिहड़ी है कल्पना दे विच जिहड़ी है की देखदी है कि एक बारी ना उन्हें नील परी की कहानी पढ़ी सी। विक्की, मैं कित्थों पढ़ी है, जदों तेरे वाली क्लास विच होवांगा फिर ही पढ़ांगा। निक्की, बड़ी ही वधिया कहानी है, दूर किते नील परी दा देश हुंदा है जिथे सारा कुछ नीला ही नीला हुंदा है। विक्की, अच्छा फिर मैनू अपना काम करन दे हुण। निक्की, नील परी दे देश ना बच्चों नूं बड़ियां ही मौजां हुंदियां ते नाले
ਵਿੱਕੀ ਹੱਥ ਜੋੜਦਾ ਹੋਇਆ ਉਹ ਨੀਲ ਪਰੀ ਭੈਣ ਜੀ ਮੈਨੂੰ ਮਾफ़ ਕਰੋ ਜੀ, ਜੇ ਮੇਰਾ ਹੋਮਵਰਕ ਪੂਰਾ ਨਾ ਹੋਇਆ ਤਾਂ ਸਵੇਰੇ ਸਾਇੰਸ ਵਾਲੇ ਸਰ ਨੇ ਮੈਨੂੰ ਸਾਰਾ ਪੀਰੀਅਡ ਟੇਬਲ ਤੇ ਖੜਾ ਰੱਖਣਾ। ਨਿੱਕੀ ਭੈੜਾ ਜਿਹਾ ਮੂੰਹ ਬਣਾ ਕੇ ਆਪਣੀ ਕਿਤਾਬ ਪੜ੍ਹਨ ਲੱਗਦੀ ਹੈ, ਪਰ ਮਨ ਨਹੀਂ ਲੱਗਦਾ ਤਾਂ ਆ ਕੇ ਬਾਰੀ ਖੋਲ੍ਹਦੀ ਹੈ ਤੇ ਦੂਰ ਕਿਤੇ ਗੁਆਚ ਜਾਂਦੀ ਹੈ। ਮਧੁਰ ਸੰਗੀਤ ਸ਼ੁਰੂ ਹੁੰਦਾ ਹੈ। ਜੇ ਮੈਂ ਹੋਵਾਂ ਨੀਲ ਪਰੀ ਉੱਠ ਕੇ ਝੂਮਦੀ ਤੇ ਗਾਉਂਦੀ ਹੈ, ਦੁੱਖ ਨਾ ਹੋਵੇ ਕਿਤੇ ਕੋਈ। ਵਿੱਕੀ ਮੱਥੇ ਤੇ ਹੱਥ ਮਾਰ ਕੇ ਬਾਹਰ ਜਾਂਦਾ ਹੈ। ਨਿੱਕੀ ਆਪਣੀ ਹੀ ਮਸਤੀ ਵਿੱਚ ਅੰਦਰੋਂ ਨੀਲੇ ਰੰਗ ਦੀ ਡਰੈਸ ਕੱਢ ਕੇ ਨੀਲ ਪਰੀ ਬਣਦੀ ਹੈ। ਇਹ ਕਾਰਜ ਉਹ ਗਾਉਂਦੀ ਗਾਉਂਦੀ ਕਰਦੀ ਹੈ। ਸੋ ਜਿਹੜਾ ਹੈ ਉਹ ਵਿੱਕੀ ਨੂੰ ਵੀ ਆਪਣੇ ਨਾਲ ਲਗਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਜਿਹੜਾ ਵਿੱਕੀ ਹੈ ਉਹ ਪਰੇਸ਼ਾਨ ਹੈ ਕਿਉਂਕਿ ਉਹਦਾ ਹੋਮਵਰਕ ਕਰਨ ਦਾ ਉਹਨੂੰ ਡਰ ਆ ਕਿ ਜੇ ਉਹਨੇ ਸਾਇੰਸ ਦਾ ਹੋਮਵਰਕ ਨਾ ਕੀਤਾ ਤਾਂ ਮੈਡਮ ਤੋਂ ਉਹਨੂੰ ਜਿਹੜੀ ਹੈ ਸਜ਼ਾ ਮਿਲਣੀ ਹੈ। ਇਸ ਕਰਕੇ ਜਿਹੜੀ ਨਿੱਕੀ ਹੈ ਉਹ ਕੀ ਕਰਦੀ ਹੈ, ਕਲਪਨਾ ਦੀ ਦੁਨੀਆ ਦੇ ਵਿੱਚ ਚਲੇ ਜਾਂਦੀ ਹੈ। ਤੇ ਜਿਸ ਤਰ੍ਹਾਂ ਨੀਲ ਪਰੀ ਦਾ ਦੇਸ਼ ਸੀ ਜਿੱਥੇ ਸਭ ਕੁਝ ਨੀਲਾ ਹੀ ਨੀਲਾ ਸੀ ਨਾ, ਉਸੇ ਤਰ੍ਹਾਂ ਹੀ ਬਣਨ ਦੀ ਕੋਸ਼ਿਸ਼ ਕਰਦੀ ਹੈ। ਉਹ ਆਪਣੀ ਜਿਹੜੀ ਹੈ ਇੱਕ ਡਰੈਸ ਕੱਢਦੀ ਹੈ ਨੀਲੇ ਰੰਗ ਦੀ ਤੇ ਨੀਲ ਪਰੀ ਬਣਦੀ ਹੈ ਤੇ ਨਾਲ ਨਾਲ ਹੀ ਜਿਹੜਾ ਆ ਉਹ ਇੱਕ ਗੀਤ ਗਾਉਂਦੀ ਹੈ ਨਿੱਕੀ। ਜੇ ਮੈਂ ਹੋਵਾਂ ਨੀਲ ਪਰੀ ਦੁੱਖ ਨਾ ਹੋਵੇ ਕਿਤੇ ਕੋਈ, ਹਾਸੇ ਵੰਡਾ ਖੁਸ਼ੀਆਂ ਵੰਡਾ ਲੈ ਦਿਲ ਦੀ ਸਾਰੀ ਗਮੀ। ਸੋ ਜਿਹੜੀ ਨਿੱਕੀ ਹੈ ਉਹ ਕੀ ਕਹਿੰਦੀ ਆ ਕਿ ਜੇਕਰ ਉਹ ਨੀਲ ਪਰੀ ਹੁੰਦੀ ਨਾ ਤਾਂ ਉਹਦੇ ਦੇਸ਼ ਦੇ ਵਿੱਚ ਕਿਸੇ ਬੱਚੇ ਨੂੰ ਕੋਈ ਦੁੱਖ ਨਹੀਂ ਸੀ ਹੋਣਾ। ਉਹਨੇ ਸਾਰੇ ਪਾਸੇ ਹਾਸੇ ਤੇ ਖੁਸ਼ੀਆਂ ਵੰਡਣੀਆਂ ਸੀ ਤੇ ਬੱਚਿਆਂ ਦੇ ਦਿਲ ਦੀ ਸਾਰੀ ਜਿਹੜੀ ਗਮੀ ਸੀ ਨਾ ਉਹ ਲੈ ਲੈਣੀ ਸੀ। ਸਾਰੇ ਬੱਚੇ ਨੂੰ ਖੁਸ਼ ਕਰ ਦੇਣਾ ਸੀ ਉਹਨੇ। ਕਈ ਪਾਸਿਆਂ ਤੋਂ ਨਿੱਕੇ ਨਿੱਕੇ ਬੱਚੇ ਪਰੀਆਂ ਅਤੇ ਸੈਨਿਕਾਂ ਦੇ ਰੂਪ ਵਿੱਚ ਨੀਲ ਪਰੀ ਦੀ ਜੈ ਜੈਕਾਰ ਕਰਦੇ ਪ੍ਰਵੇਸ਼ ਕਰਦੇ ਹਨ, ਜਿਹੜੀ ਵੀ ਬੌਣੇ ਜਾਦੂਗਰ ਦੀ ਭੂਮਿਕਾ ਵਿੱਚ ਹੈ। ਸੋ ਇੱਥੇ ਜਿਹੜਾ ਜੇਡੀ ਦਾ ਪਾਤਰ ਹੈ ਨਾ ਨੀਲ ਪਰੀ ਦੇ ਦੇਸ਼ ਵਿੱਚ ਉਹ ਕੀ ਬਣਦਾ ਆ, ਜਾਦੂਗਰ ਦੀ ਭੂਮਿਕਾ ਨਿਭਾਉਂਦਾ ਆ। ਨਿੱਕੀ ਨੀਲ ਪਰੀ ਦੇ ਰੂਪ ਵਿੱਚ ਆ ਕੇ ਸਿੰਘਾਸਨ ਤੇ ਸੁਸ਼ੋਭਿਤ ਹੁੰਦੀ ਹੈ। ਇਹ ਨੀਲ ਪਰੀ ਦੇ ਦਰਬਾਰ ਦਾ ਦ੍ਰਿਸ਼ ਬਣ ਗਿਆ ਹੈ। ਸੋ ਨੀਲ ਪਰੀ ਜਿਹੜੀ ਹੈ ਉਹਨੇ ਇੱਕ ਦਰਬਾਰ ਲਗਾਇਆ ਹੈ ਜਿੱਥੋਂ ਦੀ ਉਹ ਮੋਢੀ ਹੈ। ਉਹਦੇ ਵਿੱਚ ਜੇਡੀ ਜਿਹੜਾ ਹੈ ਉਹ ਜਾਦੂਗਰ ਦੀ ਭੂਮਿਕਾ ਨਿਭਾ ਰਿਹਾ ਹੈ ਤੇ ਉਹਦੇ ਵਿੱਚ ਜਿਹੜੀ ਨੀਲ ਪਰੀ ਦੇ ਦਰਬਾਰ ਦੇ ਵਿੱਚ ਕੀ ਹੁੰਦਾ ਹੈ, ਸਭ ਤੋਂ ਪਹਿਲਾਂ ਨੀਲ ਪਰੀ ਬੌਣੇ ਜਾਦੂਗਰ ਨੂੰ ਸੰਬੋਧਨ ਕਰਦੀ ਹੈ, ਭਾਵ ਜੇਡੀ ਨੂੰ ਸੰਬੋਧਨ ਕਰਦੀ ਹੈ ਜਾਦੂਗਰ। ਯੈਸ ਮੈਡਮ ਨੀਲ ਪਰੀ, ਕੀ ਸਾਡੇ ਰਾਜ ਵਿੱਚ ਸਭ ਕੁਝ ਠੀਕ ਠਾਕ ਹੈ? ਜਾਦੂਗਰ ਯੈਸ ਮੈਡਮ ਨੀਲ ਪਰੀ। ਤੇ ਉਹ ਸ਼ੈਤਾਨ ਰਾਕਸ਼ ਜੋ ਪਾਰਕ ਵਿੱਚ ਖੇਡਦੇ ਬੱਚਿਆਂ ਤੋਂ ਚਾਕਲੇਟ ਤੇ ਖੇਡਣ ਦਾ ਸਮਾਨ ਖੋਹ ਲੈਂਦਾ ਸੀ, ਉਸ ਦਾ ਕੀ ਬਣਿਆ? ਜਾਦੂਗਰ ਉਹ ਮੋਟੂ ਰਾਕਸ਼, ਉਸ ਦਾ ਤਾਂ ਨੀਲ ਪਰੀ ਜੀ ਮੈਂ ਉਹ ਹਾਲ ਕੀਤਾ ਕਿ ਜ਼ਿੰਦਗੀ ਭਰ ਯਾਦ ਰੱਖੇਗਾ। ਮੈਂ ਆਪਣੇ ਜਾਦੂ ਨਾਲ ਉਹਨੂੰ ਇੱਕ ਮੱਖੀ ਬਣਾ ਕੇ ਘਟੀਆ ਜਿਹੀ ਕੰਪਨੀ ਦੀ ਟੌਫੀ 'ਤੇ ਚਿਪਕਾ ਦਿੱਤਾ ਹੈ। ਬਸ ਹੁਣ ਸਾਰੀ ਉਮਰ ਉੱਥੇ ਚਿਪਕਿਆ ਹੋਇਆ ਆਪਣੇ ਫੰਗ ਹਿਲਾਈ ਜਾਏਗਾ ਤੇ ਉਹ ਟੌਫੀ ਖਾਈ ਜਾਏਗਾ। ਹਾ ਹਾ ਹਾ। ਸੋ ਇੱਥੇ ਜਿਹੜਾ ਹੈ ਇਹ ਦੱਸਿਆ ਗਿਆ ਹੈ ਕਿ ਨੀਲ ਪਰੀ ਦੇ ਦੇਸ਼ ਵਿੱਚ ਜਿਹੜਾ ਹੈ ਉਹ ਸਾਰਿਆਂ ਨੂੰ ਕੀ ਕੀਤਾ ਜਾਂਦਾ ਹੈ, ਬੋਝ ਤੋਂ ਮੁਕਤ ਕੀਤਾ ਜਾਂਦਾ ਹੈ। ਤੇ ਜੇਕਰ ਕੋਈ ਉਹਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ ਜਿਹੜਾ ਹੈ ਅਜਿਹੀ ਸਜ਼ਾ ਦਿੱਤੀ ਜਾਂਦੀ ਹੈ ਕਿ ਫਿਰ ਜਿਹੜਾ ਹੈ ਉਹ ਦੁਬਾਰਾ ਇਹੋ ਜਿਹਾ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ। ਨੀਲ ਪਰੀ ਵੈਰੀ ਗੁੱਡ, ਬਹੁਤ ਅੱਛਾ ਕੀਤਾ। ਬੱਚਿਆਂ ਨੂੰ ਪਰੇਸ਼ਾਨ ਕਰਨ ਵਾਲੇ ਲੋਕਾਂ ਨਾਲ ਇਹੋ ਜਿਹਾ ਸਲੂਕ ਕੀਤਾ ਜਾਣਾ ਚਾਹੀਦਾ ਹੈ। ਇੱਕ ਸੈਨਿਕ ਆਉਂਦਾ, ਇੱਕ ਸੈਨਿਕ ਨੀਲ ਪਰੀ ਦੀ ਜੈ ਹੋਵੇ। ਗੁਆਂਢੀ ਦੇਸ਼ ਤੋਂ ਬਹੁਤ ਸਾਰੇ ਨਿੱਕੇ ਵੱਡੇ ਬੱਚੇ ਆਪਣੀ ਫਰਿਆਦ ਲੈ ਕੇ ਆਪ ਜੀ ਨੂੰ ਮਿਲਣ ਆਏ ਨੇ। ਨੀਲ ਪਰੀ ਦੇਸ਼ ਤੋਂ ਕੌਣ ਹੈ ਉਹ ਬੱਚੇ? ਸੈਨਿਕ ਜੀ ਇਹ ਤਾਂ ਮੈਂ ਪੁੱਛਿਆ ਨਹੀਂ, ਪਰ ਉਹ ਬਹੁਤ ਪਰੇਸ਼ਾਨ ਤੇ ਦੁਖੀ ਲੱਗਦੇ ਹਨ। ਨੀਲ ਪਰੀ ਉਹਨਾਂ ਨੂੰ ਤੁਰੰਤ ਅੰਦਰ ਆਉਣ ਦਿਓ। ਸੈਨਿਕ ਜਾਂਦਾ ਹੈ। ਬੌਣੇ ਜਾਦੂਗਰ ਇਹ ਬੱਚੇ ਕੌਣ ਹੋ ਸਕਦੇ ਨੇ? ਕਿੰਨੇ ਸਾਰੇ ਨਿੱਕੇ ਨਿੱਕੇ ਬੱਚੇ ਆਉਂਦੇ ਹਨ, ਸਾਰੇ ਹੀ ਮੁਰਝਾਏ ਹੋਏ ਅਤੇ ਸਾਰਿਆਂ ਦੀਆਂ ਹੀ ਅੱਖਾਂ ਤੇ ਐਨਕਾਂ ਲੱਗੀਆਂ ਹੋਈਆਂ ਨੇ। ਆ ਕੇ ਚੁੱਪਚਾਪ ਖੜੇ ਹੋ ਜਾਂਦੇ ਨੇ। ਨੀਲ ਪਰੀ ਦੇ ਦੇਸ਼ ਵਿੱਚ ਤੁਹਾਡਾ ਸਵਾਗਤ ਹੈ, ਦੱਸੋ ਤੁਹਾਡੀ ਕੀ ਸਮੱਸਿਆ ਹੈ? ਬੱਚੇ ਬਸਤਾ। ਸੋ ਇੱਥੇ ਸਾਫ਼ ਪਤਾ ਲੱਗ ਗਿਆ ਕਿ ਬੇਟੇ ਜਦੋਂ ਨੀਲ ਪਰੀ ਜਿਹੜੀ ਹੈ ਉਹ ਆਪਣਾ ਦਰਬਾਰ ਲਗਾਉਂਦੀ ਹੈ, ਆਪਣੇ ਬੌਣੇ ਜਾਦੂਗਰ ਨੂੰ ਪੁੱਛਦੀ ਹੈ ਕਿ ਉਹਦੇ ਦਰਬਾਰ ਵਿੱਚ ਦੇਸ਼ ਵਿੱਚ ਕਿਸੇ ਨੂੰ ਕੋਈ ਸਮੱਸਿਆ ਤਾਂ ਨਹੀਂ ਹੈ, ਤਾਂ ਉਹਦੇ ਜਿਹੜਾ ਹੈ ਦਰਬਾਰ ਦੇ ਵਿੱਚ ਇੱਕ ਬੱਚੇ ਫਰਿਆਦ ਲੈ ਕੇ ਆਉਂਦੇ ਆ, ਪੁਕਾਰ ਲੈ ਕੇ ਆਉਂਦੇ ਆ। ਔਰ ਉਹਨਾਂ ਦੀ ਪੁਕਾਰ ਜਿਹੜੀ ਸੀ ਉਹ ਕੀ ਸੀ? ਬਸਤਾ। ਕਿ ਉਹਨਾਂ ਦੀ ਸਮੱਸਿਆ ਕੀ ਸੀ? ਬਸਤਾ। ਫਰਿਆਦ ਕੀ ਸੀ? ਕਿ ਉਹਨਾਂ ਨੂੰ ਬਸਤੇ ਦੇ ਬੋਝ ਤੋਂ ਛੁਟਕਾਰਾ ਚਾਹੀਦਾ ਹੈ। ਅਸਲ ਵਿੱਚ ਜਿਹੜੇ ਆ ਇਹ ਬੱਚੇ ਬਸਤੇ ਦੇ ਬੋਝ ਤੋਂ ਬਹੁਤ ਪਰੇਸ਼ਾਨ ਸੀ ਤੇ ਨੀਲ ਪਰੀ ਤੋਂ ਇਸ ਚੀਜ਼ ਦਾ ਜਿਹੜਾ ਸੀ ਉਹ ਫੈਸਲਾ ਚਾਹੁੰਦੇ ਸੀ। ਨੀਲ ਪਰੀ ਬਸਤਾ ਕੀ ਮਤਲਬ? ਬੱਚੇ
ਇੱਕ ਸੁਰ ਬਸਤਾ। ਨੀਲ ਪਰੀ ਬਸਤਾ ਤੁਸੀਂ ਹੋ ਕੌਣ ਤੇ ਇਹ ਸਾਡੇ ਦੇਸ਼ ਕਿਉਂ ਆਏ ਹੋ? ਬੱਚੇ ਬਸਤਾ। ਨੀਲ ਪਰੀ ਬਸਤਾ ਬੌਣੇ ਜਾਦੂਗਰ ਇਹ ਕੀ ਹਰ ਗੱਲ ਤੇ ਬਸਤਾ ਬਸਤਾ ਕਹਿ ਰਹੇ ਨੇ? ਜਾਦੂਗਰ ਇਹਨਾਂ ਦੇ ਮੁਰਝਾਏ ਹੋਏ ਚਿਹਰੇ ਵੇਖ ਕੇ ਲੱਗਦਾ ਤਾਂ ਇਹ ਹੈ ਕਿ ਇਹਨਾਂ ਬੱਚਿਆਂ ਨੂੰ ਬਸਤਾ ਨਾਂ ਦੀ ਕੋਈ ਬਿਮਾਰੀ ਹੋ ਗਈ ਹੈ, ਜਿਸ ਤੋਂ ਦੁਖੀ ਹੋ ਕੇ ਇਹ ਸਾਡੀ ਮਦਦ ਲੈਣ ਆਏ ਨੇ। ਪਰ ਤੁਸੀਂ ਪਰੇਸ਼ਾਨ ਨਾ ਹੋਵੋ ਨੀਲ ਪਰੀ ਜੀ, ਮੈਂ ਹੁਣੇ ਆਪਣੀ ਛੜੀ ਤੋਂ ਪੁੱਛਦਾ ਹਾਂ। ਜਾਦੂ ਦੇ ਐਕਸ਼ਨ ਕਰਦਾ ਹੈ ਤੇ ਛੜੀ ਨਾਲ ਕੁਝ ਗੱਲਾਂ ਕਰਦਾ ਹੈ। ਮੈਂ ਪਤਾ ਕਰ ਲਿਆ ਹੈ ਨੀਲ ਪਰੀ ਜੀ, ਇਹ ਬੱਚੇ ਭਾਰਤ ਨਾਂ ਦੇ ਦੇਸ਼ ਤੋਂ ਆਏ ਹਨ ਨੇ ਤੇ ਬਸਤਾ ਕਿਸੇ ਬਿਮਾਰੀ ਦਾ ਨਾਮ ਨਹੀਂ, ਬਲਕਿ ਇਹਨਾਂ ਦੇ ਦੇਸ਼ ਵਿੱਚ ਸਕੂਲ ਦੀਆਂ ਕਿਤਾਬਾਂ, ਕਾਪੀਆਂ ਤੇ ਹੋਰ ਕੂੜ ਕਬਾੜ ਨੂੰ ਇਕੱਠਾ ਕਰਕੇ ਇੱਕ ਪੰਡ ਜਿਹੀ ਬਣਾਈ ਜਾਂਦੀ ਹੈ, ਜੋ ਇਹ ਰੋਜ਼ ਘੱਟ ਤੋਂ ਘੱਟ, ਮੇਰਾ ਮਤਲਬ ਹੈ ਕਿ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ ਤੱਕ ਆਪਣੀ ਪਿੱਠ ਤੇ ਲੱਦ ਕੇ ਲਿਆਉਂਦੇ ਲਿਜਾਂਦੇ ਨੇ। ਉਸ ਨੂੰ ਇਹ ਬਸਤਾ ਕਹਿੰਦੇ ਨੇ ਨੀਲ ਪਰੀ। ਪਰ ਇਹਨਾਂ ਨੂੰ ਸਾਰੀਆਂ ਕਿਤਾਬਾਂ ਤੇ ਕਾਪੀਆਂ ਰੋਜ਼-ਰੋਜ਼ ਸਕੂਲ ਤੋਂ ਘਰ ਤੇ ਘਰ ਤੋਂ ਸਕੂਲ ਲੈ ਕੇ ਕਿਉਂ ਜਾਣੀਆਂ ਪੈਂਦੀਆਂ ਨੇ? ਸਾਡੇ ਦੇਸ਼ ਤਾਂ ਅਜਿਹਾ ਨਹੀਂ ਹੁੰਦਾ। ਇੱਕ ਸਖੀ ਸਾਡੇ ਦੇਸ਼ ਤਾਂ ਬੱਚਿਆਂ ਨੂੰ ਸਕੂਲੋਂ ਹੀ ਕਿਤਾਬਾਂ ਮਿਲਦੀਆਂ ਨੇ ਤੇ ਪੜ੍ਹ ਕੇ ਉੱਥੇ ਹੀ ਵਾਪਸ ਕਰ ਦਿੱਤੀਆਂ ਜਾਂਦੀਆਂ ਨੇ। ਸੋ ਇੱਥੇ ਬੇਟੇ ਸਾਫ਼ ਸਿੱਧ ਹੁੰਦਾ ਹੈ ਕਿ ਨੀਲ ਪਰੀ ਦੇ ਦੇਸ਼ ਦਾ ਜਿਹੜਾ ਹੈ ਦ੍ਰਿਸ਼ ਕਿਹੋ ਜਿਹਾ ਹੈ। ਆਮ ਕਰਕੇ ਸਕੂਲਾਂ ਵਿੱਚ ਬੱਚੇ ਜਿਹੜੇ ਆ ਉਹ ਰੋਜ਼ ਬਸਤਾ ਲੈ ਕੇ ਜਾਂਦੇ ਆ, ਕਿਤਾਬਾਂ ਕਾਪੀਆਂ ਤੇ ਹੋਰ ਸਮਾਨ ਨਾਲ ਭਰ ਕੇ ਤੇ ਫਿਰ ਚੱਕ ਕੇ ਉਹਨੂੰ ਘਰ ਲੈ ਜਾਂਦੇ ਨੇ। ਪਰ ਜਿਹੜੀ ਨੀਲ ਪਰੀ ਹੈ ਉਹਦੇ ਦੇਸ਼ ਵਿੱਚ ਕੁਝ ਅਜਿਹਾ ਨਹੀਂ ਹੈ। ਉਹਦੇ ਦੇਸ਼ ਦੇ ਵਿੱਚ ਜਿਹੜੇ ਬੱਚੇ ਆ ਉਹ ਸਕੂਲ ਦੇ ਵਿੱਚ ਕਿਤਾਬਾਂ ਚੱਕ ਕੇ ਨਹੀਂ ਲਿਜਾਂਦੇ ਹੈਗੇ ਤੇ ਨਾ ਹੀ ਵਾਪਸ ਘਰ ਲੈ ਕੇ ਆਉਂਦੇ ਆ। ਸੋ ਬੱਚੇ ਜਿਹੜੇ ਆ ਉਹ ਬਿਲਕੁਲ ਹੀ ਫ੍ਰੀ ਮਾਈਂਡ ਆ, ਕੋਈ ਬੋਝ ਨਹੀਂ ਹੈ ਉਹਨਾਂ ਦੇ ਦਿਮਾਗ ਵਿੱਚ, ਜਿਸ ਤਰ੍ਹਾਂ ਭਾਰਤ ਨਾਂ ਦੇ ਬੱਚਿਆਂ ਵਿੱਚ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਬੋਝ ਹੈ। ਜਾਦੂਗਰ ਛੜੀ ਨਾਲ ਕੁਝ ਗੱਲਾਂ ਕਰਕੇ ਜੀ, ਮੇਰੀ ਛੜੀ ਆਖਦੀ ਹੈ ਕਿ ਇਹ ਇੰਨਾ ਜਿਹੜਾ ਐਡਾ ਭਾਰਾ ਬਸਤਾ ਆਪਣੀ ਪਿੱਠ ਤੇ ਢੋਂਦੇ ਨੇ ਕਿਉਂਕਿ ਇਹਨਾਂ ਦੇ ਘਰ ਆ ਕੇ ਵੀ ਪੜ੍ਹਨਾ ਹੁੰਦਾ ਹੈ, ਜਿਸ ਨੂੰ ਕਹਿੰਦੇ ਨੇ ਹੋਮਵਰਕ। ਸੋ ਦੂਸਰੀ ਜਿਹੜੀ ਹੈ ਉਹਨਾਂ ਨੇ ਪਹਿਲੀ ਸਮੱਸਿਆ ਜਿਹੜੀ ਹੈ ਉਹ ਬਸਤਾ ਰੱਖੀ ਹੈ ਕਿ ਰੋਜ਼ ਇਹਨਾਂ ਨੂੰ ਭਾਰਾ ਬਸਤਾ ਪਿੱਠ ਤੇ ਚੱਕ ਕੇ ਲਿਜਾਣਾ ਪੈਂਦਾ ਹੈ ਤੇ ਪਿੱਠ ਤੇ ਫਿਰ ਚੱਕ ਕੇ ਜਿਹੜਾ ਘਰ ਵਾਪਸ ਵੀ ਆਉਣਾ ਪੈਂਦਾ ਹੈ। ਤੇ ਦੂਸਰੀ ਸਮੱਸਿਆ ਕੀ ਹੈ ਕਿ ਇਹਨਾਂ ਨੂੰ ਬਸਤਾ ਇਸ ਕਰਕੇ ਲੈ ਕੇ ਆਉਣਾ ਪੈਂਦਾ ਹੈ ਕਿਉਂਕਿ ਇਹਨਾਂ ਨੂੰ ਸਕੂਲ ਤੋਂ ਬਹੁਤ ਜ਼ਿਆਦਾ ਜਿਹੜਾ ਹੈ ਹੋਮਵਰਕ ਮਿਲਦਾ ਹੈ ਤੇ ਇਹਨਾਂ ਨੂੰ ਘਰ ਆ ਕੇ ਵੀ ਜਿਹੜਾ ਹੈ ਉਹ ਪੜ੍ਹਨਾ ਪੈਂਦਾ ਹੈ। ਨੀਲ ਪਰੀ ਯਾਨੀ ਕਿ ਇਹਨਾਂ ਨੂੰ ਸਕੂਲ ਤੋਂ ਬਾਅਦ ਘਰ ਆ ਕੇ ਵੀ ਪੜ੍ਹਨਾ ਪੈਂਦਾ ਹੈ। ਬੱਚੇ 100 ਜੀ ਬਹੁਤ ਪੜ੍ਹਨਾ ਪੈਂਦਾ ਹੈ। ਨੀਲ ਕਮਾਲ ਹੈ। ਤੇ ਫਿਰ ਸਕੂਲਾਂ ਦਾ ਕੀ ਮਤਲਬ? ਇੱਕ ਬੱਚਾ ਜੀ ਤੁਸੀਂ ਮੇਰੀ ਹੋਮਵਰਕ ਵਾਲੀ ਡਾਇਰੀ ਵੇਖੋ, ਇੱਕ ਦਿਨ ਦੀ ਛੁੱਟੀ ਤੇ ਇੰਨਾ ਸਾਰਾ ਹੋਮਵਰਕ। ਸੋ ਬੱਚੇ ਜਿਹੜੇ ਆ ਉਹ ਦੱਸਦੇ ਆ ਕਿ ਉਹਨਾਂ ਨੂੰ ਜਿਹੜਾ ਹੈ ਇੱਕ ਛੁੱਟੀ ਮਿਲਦੀ ਹੈ, ਪਰ ਇੱਕ ਛੁੱਟੀ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਬਹੁਤ ਸਾਰਾ ਹੋਮਵਰਕ ਕਰਨ ਦੇ ਲਈ ਮਿਲ ਜਾਂਦਾ ਹੈ। ਡਾਇਰੀ ਭਰ ਦਿੱਤੀ ਜਾਂਦੀ ਹੈ ਤੇ ਵਿਚਾਰੇ ਜਿਹੜੇ ਆ ਉਹ ਛੁੱਟੀ ਦੇ ਵਿੱਚ ਸਾਰਾ ਦਿਨ ਹੋਮਵਰਕ ਕਰਦੇ ਹੋਏ ਹੀ ਕੱਢ ਦਿੰਦੇ ਆ, ਜਿਸ ਕਰਕੇ ਨਾ ਤਾਂ ਉਹਨਾਂ ਨੂੰ ਆਰਾਮ ਕਰਨ ਦਾ ਸਮਾਂ ਮਿਲਦਾ ਹੈ ਤੇ ਨਾ ਹੀ ਉਹਨਾਂ ਨੂੰ ਖੇਡਣ ਤੇ ਮਨੋਰੰਜਨ ਕਰਨ ਦਾ ਸਮਾਂ ਮਿਲਦਾ ਆ। ਨੀਲ ਪਰੀ ਯਾਨੀ ਕਿ ਤੁਹਾਨੂੰ ਇੰਨਾ ਜ਼ਿਆਦਾ ਹੋਮਵਰਕ ਦਿੱਤਾ ਜਾਂਦਾ ਹੈ ਕਿ ਉਸਦਾ ਹਿਸਾਬ ਕਿਤਾਬ ਰੱਖਣ ਲਈ ਤੁਹਾਨੂੰ ਬਕਾਇਦਾ ਇੱਕ ਡਾਇਰੀ ਲਗਾਉਣੀ ਪੈਂਦੀ ਹੈ। ਓ ਮਾਈ ਗੋਡ, ਪਰ ਜੇ ਤੁਹਾਨੂੰ ਸਕੂਲ ਤੋਂ ਬਾਅਦ ਘਰ ਆ ਕੇ ਇੰਨਾ ਪੜ੍ਹਨਾ ਪੈਂਦਾ ਤਾਂ ਫਿਰ ਤੁਸੀਂ ਖੇਡਦੇ ਕਦੋਂ? ਸਾਰੇ ਬੱਚੇ ਇੱਕ ਦੂਜੇ ਦਾ ਮੂੰਹ ਵੇਖਦੇ ਹਨ। ਨੀਲ ਕੀ ਗੱਲ, ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ। ਇੱਕ ਬੱਚਾ ਜੀ ਇਹ ਖੇਡਣਾ ਕਿਸ ਨੂੰ ਕਹਿੰਦੇ ਨੇ? ਸੋ ਦੇਖੋ ਬੇਟੇ ਜਿਹੜੇ ਬੱਚੇ ਆਏ ਸੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਕਿ ਬੱਚੇ ਜਿਹੜੇ ਆ ਉਹ ਹੱਸਦੇ ਖੇਡਦੇ ਹੀ ਚੰਗੇ ਲੱਗਦੇ ਆ। ਨੀਲ ਪਰੀ ਜਿਹੜੀ ਆ ਉਹ ਹੈਰਾਨ ਸੀ ਕਿ ਬੱਚਿਆਂ ਨੂੰ ਇੰਨਾ ਜ਼ਿਆਦਾ ਹੋਮਵਰਕ ਮਿਲਦਾ ਹੈ, ਸਕੂਲ ਵੀ ਪੜ੍ਹਨਾ ਪੈਂਦਾ ਹੈ, ਘਰ ਵੀ ਪੜ੍ਹਨਾ ਪੈਂਦਾ ਆ, ਤਾਂ ਉਹਨਾਂ ਕੋਲ ਖੇਡਣ ਦਾ ਸਮਾਂ ਹੈ ਕਦੋਂ? ਤਾਂ ਬੱਚੇ ਜਿਹੜੇ ਸੀ ਕਹਿੰਦੇ ਕਿ ਖੇਡਣਾ ਹੁੰਦਾ ਕੀ ਹੈ, ਕਿਉਂਕਿ ਉਹਨਾਂ ਦੀ ਜ਼ਿੰਦਗੀ ਵਿੱਚ ਤਾਂ ਖੇਡ ਨਾਮ ਦਾ ਕੋਈ ਜਗ੍ਹਾ ਦਾ ਨਾਮ ਹੀ ਨਹੀਂ ਹੈ ਨਾ, ਇਸ ਕਰਕੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਖੇਡਣਾ ਹੁੰਦਾ ਕੀ ਹੈ। ਨੀਲ ਪਰੀ ਯਾਨੀ ਕਿ ਇਹਨਾਂ ਬੱਚਿਆਂ ਨੂੰ ਇੰਨਾ ਜ਼ਿਆਦਾ ਪੜ੍ਹਨਾ ਪੈਂਦਾ ਹੈ ਕਿ ਇਹਨਾਂ ਵਿਚਾਰਿਆਂ ਨੂੰ ਖੇਡਾਂ ਦੇ ਅਰਥ ਹੀ ਨਹੀਂ ਪਤਾ। ਇੱਕ ਬੱਚਾ ਨਹੀਂ ਜੀ, ਮੈਂ ਤਾਂ ਸਾਡੀ ਕਿਤਾਬ ਵਿੱਚ ਖੇਡਾਂ ਦੇ ਲਾਭ ਲੇਖ ਹੈਗਾ ਜੀ। ਸਿਰਫ ਬੱਚਿਆਂ ਨੂੰ ਕੀ ਆ, ਉਹਨਾਂ ਦੀ ਕਿਤਾਬ ਦੇ ਵਿੱਚ ਐਸੇ ਆ, ਲੇਖ ਆ ਖੇਡਾਂ ਦੇ ਲਾਭ, ਅਦਰਵਾਈਜ਼ ਉਹਨਾਂ ਦੀ ਜ਼ਿੰਦਗੀ ਵਿੱਚ ਅਸਲੀਅਤ ਵਿੱਚ ਖੇਡਾਂ ਦਾ ਜਿਹੜਾ ਹੈ ਕੋਈ ਨਾਮੋ ਨਿਸ਼ਾਨ ਨਹੀਂ। ਹੋਰ ਬੱਚੇ ਬਸ ਲੇਖ ਹੀ ਲੇਖ ਹੈ ਜੀ, ਖੇਡਾਂ ਨੂੰ ਟਾਈਮ ਨਹੀਂ ਹੁੰਦਾ। ਨੀਲ ਯਾਨੀ ਕਿ ਇੰਨਾ ਜ਼ਿਆਦਾ ਪੜ੍ਹਨਾ ਪੈਂਦਾ ਤਾਂ ਹੀ ਇਹਨਾਂ ਦੇ ਚਿਹਰੇ ਇੰਨੇ ਮੁਰਝਾਏ ਹੋਏ ਨੇ। ਅਚਾਨਕ ਬੌਣੇ ਜਾਦੂਗਰ ਇਹਨਾਂ ਦੇ ਚਿਹਰਿਆਂ ਤੇ ਇਹ ਸ਼ੀਸ਼ੇ ਜਿਹੇ ਕੀ ਲੱਗੇ ਹੋਏ ਨੇ? ਜਾਦੂਗਰ ਇਹਨਾਂ ਨੂੰ ਕਹਿੰਦੇ ਨੇ ਜੀ ਐਨਕਾਂ। ਜ਼ਿਆਦਾ ਪੜ੍ਹਨ ਨਾਲ ਇਹਨਾਂ ਬੱਚਿਆਂ ਦੀ ਨਜ਼ਰ ਕਮਜ਼ੋਰ ਹੋ ਗਈ ਹੈ, ਜਿਸ ਲਈ ਇਹਨਾਂ ਨੂੰ ਆਪਣੀਆਂ ਐਨਕਾਂ ਤੇ ਅੱਖਾਂ ਤੇ ਐਨਕਾਂ ਲਗਾਉਣੀਆਂ ਪੈਂਦੀਆਂ ਨੇ। ਸੋ ਪਹਿਲਾ ਬੋਝ ਬਸਤਾ, ਦੂਜਾ ਬੋਝ ਹੋਮਵਰਕ
ਤੇ ਤੀਜਾ ਬੋਝ ਕੀ ਹੋ ਗਿਆ ਕਿ ਪੜ੍ਹ ਕੇ ਅੱਖਾਂ ਉਹਨਾਂ ਦੀਆਂ ਕੀ ਹੋ ਗਈਆਂ, ਕਮਜ਼ੋਰ ਹੋ ਗਈਆਂ, ਐਨਕਾਂ ਲੱਗ ਗਈਆਂ, ਖੇਡਣ ਲਈ ਉਹਨਾਂ ਕੋਲ ਸਮਾਂ ਹੀ ਨਹੀਂ। ਨੀਲ ਪਰੀ, ਉਫ ਇੰਨਾ ਜ਼ੁਲਮ। ਸਾਡੇ ਹੀ ਗੁਆਂਢੀ ਦੇਸ਼ ਵਿੱਚ ਬੱਚਿਆਂ ਤੇ ਪੜ੍ਹਾਈ ਦੇ ਨਾਂ ਤੇ ਇੰਨਾ ਜ਼ੁਲਮ ਹੋ ਰਿਹਾ ਤੇ ਸਾਨੂੰ ਪਤਾ ਹੀ ਨਹੀਂ। ਇੱਕ ਬੱਚਾ, ਹੋਰ ਤਾਂ ਹੋਰ ਨੀਲ ਪਰੀ ਜੀ, ਜੇ ਕਿਸੇ ਬੱਚੇ ਦਾ ਮਨ ਨਾ ਹੋਵੇ ਜਾਂ ਕਿਸੇ ਕੋਲੋਂ ਹੋਮਵਰਕ ਪੂਰਾ ਨਾ ਹੋਵੇ ਤਾਂ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ, ਬੈਂਚ 'ਤੇ ਖੜਾ ਕੀਤਾ ਜਾਂਦਾ ਤੇ ਥੱਪੜ ਵੀ ਮਾਰੇ ਜਾਂਦੇ ਨੇ। ਇੱਕ ਬੱਚਾ, ਜੀ ਸਾਡੇ ਸਰਕਾਰੀ ਸਕੂਲਾਂ ਵਿੱਚ ਤਾਂ ਸਾਨੂੰ ਮੁਰਗਾ ਬਣਾਇਆ ਜਾਂਦਾ। ਨੀਲ, ਮੁਰਗਾ? ਬੱਚਾ, ਜੀ ਇੱਦਾਂ ਮੁਰਗਾ ਬਣ ਕੇ ਵਿਖਾਉਂਦਾ। ਨੀਲ ਪਰੀ ਗੁੱਸੇ, ਹੱਦ ਹੈ, ਇਹ ਤਾਂ ਜ਼ੁਲਮ ਦੀ ਹੱਦ। ਬੌਣੇ ਜਾਦੂਗਰ, ਯੈਸ ਮੈਡਮ। ਨੀਲ ਪਰੀ, ਇਹਨਾਂ ਨਿੱਕੇ ਨਿੱਕੇ ਬੱਚਿਆਂ 'ਤੇ ਜ਼ੁਲਮ ਕਰਨ ਵਾਲੇ ਅਧਿਆਪਕਾਂ ਨੂੰ ਫੌਰਨ ਦਰਬਾਰ ਵਿੱਚ ਬੁਲਾਇਆ ਜਾਵੇ। ਸੋ ਬੇਟੇ ਇੱਥੇ ਜਿਹੜਾ ਹੈ ਤੁਸੀਂ ਦੇਖਣਾ ਹੈ ਕਿ ਬੱਚੇ ਕੀ ਸਮੱਸਿਆ ਲੈ ਕੇ ਆਏ ਸੀ। ਬੱਚੇ ਜਿਹੜੇ ਆ ਉਹ ਭਾਰਤ ਦੇਸ਼ ਤੋਂ ਆਏ ਸੀ। ਸਮੱਸਿਆ ਉਹਨਾਂ ਦੀ ਬਸਤਾ ਸੀ। ਦੂਸਰਾ ਕੀ ਸੀ ਕਿ ਮੈਡਮਾਂ ਉਹਨਾਂ ਨੂੰ ਇੱਕ ਛੁੱਟੀ ਤੇ ਬੇਹੱਦਾ ਹੋਮਵਰਕ ਦੇ ਦਿੰਦੀਆਂ ਆ। ਖੇਡਣ ਲਈ ਉਹਨਾਂ ਕੋਲ ਸਮਾਂ ਨਹੀਂ ਹੈ ਔਰ ਉਹਨਾਂ ਦੀ ਜ਼ਿੰਦਗੀ ਵਿੱਚ ਖੇਡਾਂ ਨਾਮ ਦੀ ਕੋਈ ਚੀਜ਼ ਨਹੀਂ ਹੈ। ਪੜ੍ਹ ਕੇ ਅੱਖਾਂ ਉਹਨਾਂ ਦੀਆਂ ਜਿਹੜੀਆਂ ਆ ਉਹ ਕਮਜ਼ੋਰ ਹੋ ਚੁੱਕੀਆਂ ਆ, ਐਨਕਾਂ ਲੱਗ ਚੁੱਕੀਆਂ ਆ। ਔਰ ਇਸ ਕਰਕੇ ਜਿਹੜੀ ਨੀਲ ਪਰੀ ਆ ਉਹ ਕਹਿੰਦੀ ਆ ਕਿ ਸਾਡੇ ਗੁਆਂਢੀ ਦੇਸ਼ 'ਤੇ ਇੰਨੇ ਬੱਚਿਆਂ 'ਤੇ ਜ਼ੁਲਮ ਹੋ ਰਿਹਾ ਆ, ਇਸ ਜਿਹੜਾ ਹੈ ਜ਼ੁਲਮ ਤੋਂ ਛੁਟਕਾਰਾ ਚਾਹੀਦਾ ਹੈ। ਇਸ ਕਰਕੇ ਹੁਣ ਉਹ ਆਪਣੇ ਦਰਬਾਰ ਦੇ ਵਿੱਚ ਵਾਰੀ ਇਸ ਵਿੱਦਿਅਕ ਢਾਂਚੇ ਦੇ ਲਈ ਜਿਹੜਾ ਵੀ ਜ਼ਿੰਮੇਵਾਰ ਹੈ ਉਹਨੂੰ ਵਾਰੀ ਆਪਣੇ ਦਰਬਾਰ ਦੇ ਵਿੱਚ ਬੁਲਾਏਗੀ ਤਾਂ ਕਿ ਸਮੱਸਿਆ ਦੇ ਅਸਲ ਕਾਰਨ ਨੂੰ ਸਮਝਿਆ ਜਾ ਸਕੇ ਕਿ ਜਿਹੜਾ ਬੱਚਿਆਂ ਦੇ ਉੱਪਰ ਇੰਨਾ ਪੜ੍ਹਾਈ ਦਾ ਬੋਝ ਹੈ ਉਹ ਕਿਸ ਕਾਰਨ ਹੈ। ਸੋ ਇੱਥੇ ਬੇਟਾ ਜਿਹੜਾ ਹੈ ਅੱਜ ਆਪਾਂ ਬਸ ਕਰਦੇ ਹਾਂ, ਕਿਉਂਕਿ ਇੱਥੋਂ ਜਿਹੜਾ ਹੈ ਉਹ ਸ਼ੁਰੂ ਹੋ ਜਾਣਾ ਕਿ ਉਹਨੇ ਸਭ ਤੋਂ ਪਹਿਲਾਂ ਆਪਣੇ ਦਰਬਾਰ ਦੇ ਵਿੱਚ ਕਿਸ ਨੂੰ ਬੁਲਾਇਆ ਸੀ। ਸਭ ਤੋਂ ਪਹਿਲਾਂ ਉਹਨੇ ਜਿਹੜਾ ਹੈ ਇਸ ਸਾਡੇ ਵਿੱਦਿਅਕ ਢਾਂਚੇ ਵਿੱਚ ਜਿਹੜਾ ਅਹਿਮ ਭੂਮਿਕਾ ਨਿਭਾਉਂਦਾ ਕਿਰਦਾਰ ਹੈ ਅਧਿਆਪਕ, ਸਭ ਤੋਂ ਪਹਿਲਾਂ ਉਹ ਆਪਣੇ ਦਰਬਾਰ ਵਿੱਚ ਅਧਿਆਪਕ ਨੂੰ ਬੁਲਾਏਗੀ ਤਾਂ ਕਿ ਪਤਾ ਲੱਗ ਸਕੇ ਕਿ ਆਖਰ ਜਿਹੜੇ ਅਧਿਆਪਕ ਹੈ ਉਹ ਕਲਾਸਾਂ ਵਿੱਚ ਇੰਨਾ ਹੋਮਵਰਕ ਦਿੰਦੇ ਕਿਉਂ ਆ। ਠੀਕ ਹੈ ਸੋ ਰਾਜੇ, ਇੱਥੋਂ ਤੱਕ ਅੱਜ ਆਪਾਂ ਕਰਾਂਗੇ। ਥੈਂਕ ਯੂ ਬੇਟੇ।